ਇਹ ਜਿਹੜਾ ਮੌਸਮ ਹੈ ਨਾ, ਇਹਦੇ 'ਚ ਵੀ ਬੜਾ ਹੀ ਤਗੱਯੁਰ ਹੈ। ਕੋਈ ਮੁਸਤਕਿਲ ਮਜ਼ਾਜੀ ਇਹਦੇ 'ਚ ਹੈ ਹੀ ਨਹੀਂ। ਇਹ ਵੀ ਇੰਝ ਹੀ ਹੈ ਜਿਵੇਂ ਇਨਸਾਨ ਦੀ ਫਿਤਰਤ, ਇਨਸਾਨ ਦਾ ਮਜ਼ਾਜ ਹੈ। ਜਿਵੇਂ ਦਿਲ ਬਦਲਦਾ, ਮੌਸਮ ਵੀ ਇੰਝ ਹੀ ਬਦਲਦੇ ਨੇ। ਮੌਸਮਾਂ ਦੀ ਵੀ ਰੁੱਤ ਉਂਝ ਹੀ ਬਦਲਦੀ ਹੈ ਜਿਵੇਂ ਦਿਲ ਦੀ ਰੁੱਤ ਬਦਲਦੀ ਹੈ। ਕਦੀ ਚੰਗਾ, ਕਦੀ ਮਾੜਾ, ਕਦੀ ਖੁਸ਼ਗਵਾਰ, ਕਦੀ ਥੋੜਾ ਸਖਤ ਹੋ ਜਾਂਦਾ ਹੈ। ਹੁਣ ਕੱਲ ਤੱਕ ਇੱਥੇ 10 ਡਿਗਰੀ ਸੀ, ਅੱਜ 23 ਤੇ ਜਾਣ ਡਿਆ ਮੈਂ। ਤੇ ਬਸ ਕੀ ਚੱਲ ਹੀ ਅੱਲਾ ਦਾ ਸ਼ੁਕਰ ਹੈ ਉਂਝ, ਲੇਕਿਨ ਹੈ ਬੜਾ ਸਾਫ ਸੁਥਰਾ ਮਾਹੌਲ ਹੈ। ਅੱਛਾ, ਕੱਲ ਤੋਂ ਗੱਲ ਗਾਂਹ ਟੋਰਨੇ ਆ। ਕੱਲ ਮੈਂ ਗੱਲ ਕੀਤੀ ਸੀ ਕਿ ਜਿਹੜੀਆਂ ਧੀਆਂ ਹੁੰਦੀਆਂ ਨਾ, ਇਹ ਅੱਲਾ ਦਾ ਬਹੁਤ ਬੜਾ ਇਨਾਮ ਹੈ ਇਸ ਹਵਾਲੇ ਨਾਲ ਕਿ ਜਿੰਨਾ ਇਹਨਾਂ ਦੇ ਦਿਲ ਵਿੱਚ ਰੱਬ ਨੇ ਪਿਆਰ ਪਾ ਛੜਿਆ ਨਾ, ਇਹ ਭਾਵੇਂ ਕਿਸੇ ਵੀ ਰੂਪ 'ਚ ਹੋਣ, ਇਹਨਾਂ ਦੀ ਮੁਹੱਬਤ ਬੇਪਨਾਹ ਹੈ। ਇਹ ਬੜੀਆਂ ਮੁਸ਼ਕਲਾਂ ਨੂੰ ਆਸਾਨ ਕਰ ਦਿੰਦੇ ਨੇ ਸਿਰਫ ਨਿੱਕੀਆਂ ਗੱਲਾਂ ਨਾਲ, ਔਰ ਬੜਾ ਇਨਕਲਾਬ ਲੈ ਆਉਂਦੀਆਂ ਨੇ ਇਹਨਾਂ ਦੀਆਂ ਸੋਚਾਂ। ਬੜੇ ਲੜੇ ਭਿੜੇ ਲੋਕ ਜਿਹੜੇ ਨੇ ਉਹ ਫਿਰ ਸੁਲ੍ਹਾ ਕਰ ਜਾਂਦੇ ਨੇ, ਸਕੂਨ ਕਰ ਜਾਂਦੇ ਨੇ। ਔਰ ਇਹ ਮੁਖਤਲਿਫ ਰੋਲ ਜਿਹੜੇ ਹੈਗੇ ਨਾ, ਭਾਵੇਂ ਬਤੌਰ ਧੀ ਦੇ ਹੋਵੇ, ਬਤੌਰ ਮਾਂ ਦੇ ਹੋਵੇ, ਬਤੌਰ ਬਹੂ ਦੇ ਹੋਵੇ, ਘਰ ਦੇ ਵਿੱਚ ਸੁੱਖ ਚੈਨ ਹੁੰਦਾ ਹੈ ਜੇ ਇਹ ਵੀ ਸੁੱਖ ਚੈਨ 'ਚ ਰਹਿਣ ਤੇ। ਇਹਨਾਂ ਦੀ ਕਦਰੋਂ ਮੰਜ਼ਲਤ ਤੇ ਮੈਂ ਰਾਤੀ ਦੱਸੀ ਕੱਲ ਤੁਹਾਨੂੰ, ਕੱਲ ਵਾਲੇ ਵੀਲੌਗ 'ਚ। ਅੱਜ ਮੈਂ ਗੱਲ ਕਰਾਂਗਾ ਕਿ ਹੁਣ ਇਹ ਜਿਹੜੀਆਂ ਬੇਟੀਆਂ ਸਾਡੀਆਂ ਸਾਡੇ ਘਰਾਂ 'ਚੋਂ ਚਲੀਆਂ ਜਾਂਦੀਆਂ ਨੇ, ਇਹ ਜਾ ਕੇ ਤੇ ਜ਼ਾਹਿਰ ਹੈ ਇੱਕ ਓਪਰੇ ਘਰ 'ਚ, ਨਵੇਂ ਘਰ 'ਚ ਜਾਂਦੀਆਂ ਨੇ, ਜਿਹਨੂੰ ਆਂਦੇ ਨੇ ਬਹੂ ਬਣ ਗਈ ਜਾਂ ਨਹੁੰ ਬਣ ਗਈ। ਹੁਣ ਨਹੁੰ ਦਾ ਮੈਨੂੰ ਨਹੀਂ ਪਤਾ ਪੰਜਾਬੀ ਉਹਦੇ 'ਚ ਕੀ ਹੈ, ਲੇਕਿਨ ਨਹੁੰ ਤੇ ਮਾਸ ਦਾ ਜਿੰਨਾ ਤਾਲੁਕ ਹੈ ਨਾ, ਤੁਹਾਨੂੰ ਪਤਾ ਕਿ ਮਾਸ ਨਾਲੋਂ ਨਹੁੰ ਵੱਖਰਿਆਂ ਕਰੀਏ ਨਾ ਕਿੰਨੀ ਤਕਲੀਫ ਹੁੰਦੀ ਹੈ। ਇਹ ਨਹੁੰਾਂ ਦਰਅਸਲ ਨਹੁੰ ਹੀ ਬਣ ਜਾਂਦੀਆਂ ਨੇ ਉਸ ਘਰ ਦੇ ਵਿੱਚ ਜਿੱਥੇ ਨਵੇਂ ਜਾਂਦੀਆਂ ਹੁੰਦੀਆਂ ਨੇ। ਹੁਣ ਇਹ ਜਾ ਕੇ ਇਹ ਨਹੁੰ ਦੇ ਵੀ ਦੋ ਹੀ ਰੋਲ ਨੇ। ਇੱਕ ਤੇ ਖਰੋਚ ਦੇ ਵੀ ਫੜ ਕੇ ਹਰ ਸ਼ੈ, ਛਿੱਲ ਦੇ ਵੀ ਫੜ ਕੇ ਹਰ ਸ਼ੈ, ਅਗਰ ਇਹਦਾ ਕੋਈ ਮਨਫੀ ਰਵੱਈਆ ਤੇ ਇੱਕ ਉਹ ਵੀ ਹੈਗਾ ਕਿ ਇੰਨਾ ਪਿਆਰ ਦੇਵੇ ਸਸੁਰਾਲ 'ਚ, ਔਰ ਸਸੁਰਾਲ ਵਾਲੇ ਇਹਨੂੰ ਦੇਣ ਤੇ ਬਿਲਕੁਲ ਇੰਝ ਹੀ ਹੋ ਜੇ ਜਿਵੇਂ ਨਹੁੰ ਨਾਲੋਂ ਮਾਸ ਵੱਖਰਾ ਨਹੀਂ ਹੋ ਸਕਦਾ ਨਾ, ਉਹੀ ਸੂਰਤਿਆਲ ਹੋ ਜਾਏ। ਹੁਣ ਇਹਦੇ ਤੇ ਬੁਨਿਆਦੀ ਇਹ ਗੱਲ ਹੈਗੀ ਹੈ ਕਿ ਜਿਸ ਘਰ 'ਚੋਂ ਜਾਣ ਡਈ ਹੈ ਔਰ ਸ਼ਊਰੀ ਤੌਰ ਤੇ ਜਾਣ ਡਈ ਹੈ, ਉਹਨੂੰ ਪਤਾ ਕਿ ਮੈਂ ਨਵੇਂ ਘਰ 'ਚ ਜਾਣਾ ਹੈ। ਜਿਹੋ ਜਿਹੇ ਇਸ ਘਰ ਦੇ ਵਿੱਚ ਮਾਂ ਤੇ ਪਿਓ ਛੱਡ ਕੇ ਚੱਲੀ ਏ, ਇਹੋ ਜਿਹੇ ਮਾਂ ਤੇ ਪਿਓ ਨੇ ਅਡਾਪਟ ਕਰਨਾ ਉੱਥੇ ਜਾ ਕੇ। ਉਹਨੂੰ ਨਹੁੰ ਨੂੰ ਅਡਾਪਟ ਕਰਨਾ ਸਸੁਰਾਲ ਵਾਲਿਆਂ ਨੇ, ਤੇ ਨਹੁੰ ਨੇ ਅਡਾਪਟ ਕਰਨਾ ਉਸ ਘਰ ਦੇ ਜੀਆਂ ਨੂੰ, ਘਰ ਦੇ ਵਾਸੀਆਂ ਨੂੰ। ਹੁਣ ਨਹੁੰ ਕੀ ਕਰੇ? ਪਹਿਲੇ ਮਹੀਨਾ, 2 ਮਹੀਨੇ, 4 ਮਹੀਨੇ ਅੰਡਰਸਟੈਂਡਿੰਗ, ਫਿਰ ਮਿਸਅੰਡਰਸਟੈਂਡਿੰਗ, ਗਲਤਫਹਿਮੀ, ਖੁਸ਼ਫਹਿਮੀ, ਇਹ ਸਾਰੀ ਚੀਜ਼ਾਂ ਚੱਲਦੀਆਂ ਨੇ। ਨੀਚ ਉਤਾਰ ਚੜਾਓ, ਨਸ਼ੇਬ ਫਰਾਜ਼, ਸਭ ਕੁਝ ਉਹਦੀ ਜ਼ਿੰਦਗੀ 'ਚ ਆਉਂਦੇ ਨੇ। ਉਹੀ ਤਾਂ ਲਰਨ ਕਰਨ ਦਾ ਟਾਈਮ ਹੈਗਾ, ਉਹੀ ਤਾਂ ਤਰੀਕਾ ਹੈ। ਪਰ ਸਭ ਤੋਂ ਵੱਡੀ ਡਿਊਟੀ ਉੱਥੇ ਸ਼ੌਹਰ ਦੀ ਹੈ ਕਿ ਉਹ ਐਜ਼ ਏ ਕੋਆਰਡੀਨੇਟਰ ਉਹ ਕਿਵੇਂ ਇੱਕ ਬ੍ਰਿਜ ਦਾ ਕੰਮ ਕਰਦਾ ਹੈ ਆਪਣੇ ਮਾਂ ਪਿਓ, ਆਪਣੇ ਭੈਣਾਂ ਭਰਾਵਾਂ, ਆਪਣੇ ਹੱਲੇ ਖਾਨਾ ਔਰ ਆਪਣੀ ਬੀਵੀ ਦੇ ਦਰਮਿਆਨ 'ਚ। ਅਗਰ ਉਹ ਚੰਗਾ ਬ੍ਰਿਜ ਹੈ ਨਾ, ਤੇ ਉਹ ਨਿੱਕੀਆਂ ਗੱਲਾਂ ਇੱਧਰੋਂ ਉੱਧਰ ਤੇ ਉੱਧਰੋਂ ਉੱਧਰ ਨਹੀਂ ਕਰੇਗਾ। ਜਿਹਦੇ ਉਹ ਇੰਝ ਹੀ ਹੋਏਗਾ ਜਿਵੇਂ ਕਿਸੇ ਵੱਡੀ ਗੱਡੀ ਦਾ ਸ਼ੌਕ ਹੁੰਦਾ ਹੈ, ਔਰ ਸ਼ੌਕ ਦਾ ਕੰਮ ਹੁੰਦਾ ਐਬਜ਼ੌਰਬ ਕਰਨਾ। ਜਦੋਂ ਐਬਜ਼ੌਰਬ ਕਰਦਾ, ਝਟਕੇ ਲੱਗਦੇ ਨੇ, ਤੇ ਇਹਦਾ ਮਤਲਬ ਹੈ ਕਿ ਸ਼ੌਕ ਹੀ ਸਹਿੰਦਾ ਔਖੇ ਸੌਖੇ ਵੇਲੇ ਨੂੰ ਕਿਤੇ ਜੰਪ ਆ ਜਾਵੇ। ਜਿਹੜੀ ਬੀਵੀ ਉਹਦੇ ਨਾਲ ਗੱਲ ਕਰੇ, ਕਿਆ ਬਹੁਤ ਜ਼ਰੂਰੀ ਹੈ ਕਿ ਉਹਨੇ ਉਹ ਗਿਲਾ, ਉਹਨੇ ਉਹ ਸ਼ਿਕਵਾ, ਉਹਨੇ ਉਹ ਮੁਸ਼ਾਹਦਾ ਆਪਣੀ ਬੀਵੀ ਦਾ, ਆਪਣੇ
ਘਰ ਵਾਲਿਆਂ ਨਾਲ, ਯਾਨੀ ਸੁਸਰ ਆਪਣੇ ਵਾਲਿਦ ਨਾਲ ਤੇ ਆਪਣੇ ਵਾਲਦਾ ਨਾਲ ਕਰਨਾ। ਬਿਲਕੁਲ ਗੈਰ ਜ਼ਰੂਰੀ ਚੀਜ਼ ਡਿਸਕਸ ਕਰਨ ਦੀ ਕੀ ਲੋੜ ਹੈ। ਦੂਸਰੀ ਗੱਲ ਕਿ ਅਗਰ ਮਰਦ ਜਿਹੜਾ ਉਹਨੇ ਕੋਈ ਪੜਾਸ ਕੱਢ ਲਈ ਹੈ, ਕੋਈ ਸਾੜ ਕੱਢ ਲਿਆ, ਕੋਈ ਜੁਮਲਾ ਗਲਤ ਕਹਿ ਲਿਆ ਹੈ, ਤੇ ਕਿਆ ਇਹ ਜ਼ਰੂਰੀ ਹੈ ਕਿ ਬੀਵੀ ਪਿਛਾਂ ਆਵੇ ਤੇ ਉਹ ਸਾਰੇ ਦਾ ਸਾਰਾ ਸਾੜ ਉਸੇ ਤਰ੍ਹਾਂ ਹੀ ਉਹ ਕੱਢ ਦੇਵੇ ਆਪਣੇ ਮਾਂ ਪਿਓ ਦੇ ਕੋਲ? ਇਹਦਾ ਮਤਲਬ ਹੈ ਕਿ ਨਾ ਉਹ ਬ੍ਰਿਜ ਬਣੀ ਬੱਚੀ ਆਪਣੇ ਮਾਂ ਪਿਓ ਨੂੰ ਜੋੜਨ ਲਈ ਆਪਣੇ ਸ਼ੌਹਰ ਦੇ ਨਾਲ, ਤੇ ਨਾ ਬ੍ਰਿਜ ਚੰਗਾ ਬਣਿਆ ਉਹ ਸ਼ੌਹਰ ਕਿ ਉਹ ਆਪਣੇ ਉਹਨਾਂ ਦੇ ਨਾਲ ਜੋੜ ਦੇ। ਇਹਨਾਂ ਦੋਵਾਂ ਜੀਆਂ ਦਾ ਤੇ ਬੜਾ ਰੋਲ ਹੈ ਇਹਦੇ 'ਚ। ਇਹਨਾਂ ਨੇ ਤੇ ਰਲ ਕੇ ਵਸਣਾ ਹੈ, ਇਹਨਾਂ ਤੇ ਹੀ ਰਹਿਣਾ ਹੈ। ਬਾਕੀ ਜੇ ਆਖੋ ਕਿ ਫਿਤਰਤ ਇਨਸਾਨ ਦੀ ਨਹੀਂ ਬਦਲਦੀ। ਅੱਲਾਹ ਤਾਲਾ ਦਾ ਨਿਜ਼ਾਮ ਐਸਾ ਹੈ ਕਿ ਉਹਨੇ ਇਹਦੀ ਇਨਸਾਨ ਦੀ ਫਿਤਰਤ ਵਿੱਚ ਚੀਜ਼ਾਂ ਜਿਹੜੀਆਂ ਨੇ ਰੱਖ ਛੜੀਆਂ। ਛੋਟੇ ਮੋਟੇ ਗਿਲੇ ਸ਼ਿਕਵੇ ਲੜਾਈਆਂ ਇਹ ਚੱਲਦੀਆਂ ਰਹਿੰਦੀਆਂ ਨੇ, ਸ਼ਿਕਾਇਤਾਂ, ਚੁਗਲੀ, ਗੀਬਤ, ਇਹ ਹਲਕੀ ਫੁਲਕੀ ਚੱਲਦੀ ਹੈ। ਹੁਣ ਉਹਨੂੰ ਮੈਨੇਜਮੈਂਟ ਹੀ ਸਭ ਤੋਂ ਬੜਾ ਕਮਾਲ ਹੈ। ਅਗਰ ਤੁਸੀਂ ਚੰਗੇ ਮੈਨੇਜਰ ਹੋ ਨਾ ਤੇ ਇਹ ਤੈਅ ਕਰ ਲਓ ਕਿ ਤੁਸੀਂ ਦੋਵੇਂ ਮੀਆਂ ਬੀਵੀ ਇਸ ਟ੍ਰੇਨ ਦੇ, ਇਸ ਰੇਲ ਦੇ, ਇਸ ਗੱਡੀ ਦੇ ਉਹ ਦੋ ਪਹੀਏ ਹੋ। ਇਹਨਾਂ 'ਚੋਂ ਜੇ ਇੱਕ ਵੀ ਪੈਂਚਰ ਹੋ ਜਾਏ, ਇਹ ਲੱਥ ਜਾਵੇ, ਇਹਦੇ 'ਚ ਕੋਈ ਗੜਬੜ ਹੋ ਜਾਏ, ਤੇ ਉਹਦਾ ਮਤਲਬ ਹੈ ਕਿ ਗੱਡੀ ਚੱਲਣੀ ਨਹੀਂ। ਤੇ ਜੇ ਗੱਡੀ ਚੱਲਣੀ ਨਹੀਂ ਤੇ ਇਹਦਾ ਮਤਲਬ ਹੈ ਕਿ ਗੱਡੀ ਰੁਕ ਗਈ, ਹਰ ਚੀਜ਼ ਜਿਹੜੀ ਹੈ ਬਲੌਕ ਹੋ ਗਈ, ਔਰ ਉਹਦੇ ਨਾਲ ਪੂਰਾ ਇੱਕ ਫੈਮਿਲੀਅਲ ਨਿਜ਼ਾਮ ਜਿਹੜਾ ਨਾ ਉਹ ਡਿਸਟਰਬ ਹੋ ਗਿਆ। ਔਰ ਇਹਦੀ ਡਿਸਟਰਬੈਂਸ ਜਦੋਂ ਹੋ ਗਈ ਤੇ ਉਹਦੇ ਸ਼ੌਕ ਜਿਹੜੇ ਨਾ, ਇਹਦੇ ਝਟਕੇ, ਇਹ ਇਨ ਲਾਜ਼ ਦੋਵਾਂ ਪਾਸੇ ਜਾਣੇ ਨੇ। ਗਿਲੇ ਸ਼ਿਕਵੇ ਵਧਣਗੇ। ਰੁਕੋ, ਠਹਿਰੋ। ਤੁਹਾਨੂੰ ਕੋਈ ਚੰਗੀ ਗੱਲ ਨਹੀਂ ਲੱਗੀ ਤੁਹਾਡੀ ਬੀਵੀ ਦੀ, ਰੁਕ ਜਾਓ ਇਸ ਤੋਂ ਪਹਿਲੋਂ ਕਿ ਆਪਣੇ ਮਾਂ ਪਿਓ ਨਾਲ, ਆਪਣੀ ਫੈਮਿਲੀ ਨਾਲ ਗੱਲ ਕਰੋ, ਉਹਨੂੰ ਮੌਕਾ ਦਿਓ। ਇਸੇ ਤਰ੍ਹਾਂ ਅਗਰ ਸ਼ੌਹਰ ਕੋਈ ਇਹੋ ਜਿਹੀ ਗੱਲ ਕਰਦਾ, ਠਹਿਰੋ, ਸਬਰ ਕਰੋ, ਮੌਕਾ ਦਿਓ, ਹੱਸ ਕੇ ਮਨਾਉਣ ਦੀ ਕੋਸ਼ਿਸ਼ ਕਰੋ, ਇੱਕ ਦੂਸਰੇ ਦੇ ਮਜ਼ਾਜ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਇਹ ਕਰਨ ਲੱਗ ਪਓਗੇ ਤੁਹਾਡੇ ਦਿਨ ਆਸਾਨ ਹੋ ਜਾਣਗੇ। ਹੁਣ ਇੱਥੇ ਬੜਾ ਰਿਸ਼ਤੇ ਅੱਗੇ ਆ ਜਾਂਦੇ ਨੇ। ਇਹ ਜੀ ਮੇਰੀ ਨੰਦ ਹੈ, ਔਰ ਇਹ ਮੇਰੀ ਸੱਸ ਹੈ, ਇਹ ਮੇਰਾ ਸੁਸਰ ਹੈ, ਆਹ ਮੇਰਾ ਜੇਠ ਹੈ, ਆਹ ਮੇਰਾ ਦੇਵਰ ਹੈ। ਉਹ ਭਲੀਏ, ਇਹ ਰਿਸ਼ਤੇ ਤੇ ਤੇਰੇ ਪਿਛਾਂ ਵੀ ਆ ਸਨ। ਉੱਥੇ ਵੀ ਤੇਰੀ ਕੋਈ ਭਾਬੀ ਸੀ, ਤੂੰ ਵੀ ਕਿਸੇ ਦੀ ਨੰਦ ਸੇ। ਤੇਰੀ ਭਾਬੀ ਦੇ ਵੀ ਕੋਈ ਦਿਓਰ ਸਨ, ਕੋਈ ਨੰਦਾ ਸਨ, ਕੋਈ ਜੇਠ ਸਨ, ਸੁਸਰ ਵੀ ਐਸੀ, ਸੱਸ ਵੀ ਐਸੀ। ਤੂੰ ਉਹਨਾਂ ਲਈ ਕੀ ਪਸੰਦ ਕਰਨੀ ਸੀ ਕਿ ਤੇਰੀ ਭਾਬੀ ਉਹ ਕਿਵੇਂ ਮਿਲੇ ਆਪਣੇ ਸੁਸਰ ਨੂੰ, ਆਪਣੇ ਸੱਸ ਨੂੰ, ਆਪਣੀਆਂ ਨੰਦਾਂ ਨੂੰ, ਆਪਣੇ ਦਿਓਰਾਂ ਤੇ ਜੇਠਾਂ ਨੂੰ। ਐਗਜ਼ੈਕਟਲੀ ਜੋ ਤੂੰ ਤਵੱਕੂ ਰੱਖਣੀ ਹੈ ਨਾ ਉਹਨਾਂ ਕੋਲੋਂ ਕਿ ਵੀ ਉਹ ਇਸ ਤਰ੍ਹਾਂ ਮਿਲਣ ਤੇ ਉਹ ਚੰਗਾ ਹੈ, ਤੇ ਉਸੇ ਤਰ੍ਹਾਂ ਹੀ ਤੂੰ ਇਹ ਰੱਖ ਲੈ ਜ਼ਿਹਨ ਵਿੱਚ ਕਿ ਮੰਮੀ ਉਹੋ ਹੀ ਰੋਲ ਅਦਾ ਕਰਨਾ ਮਾਡਲ ਜਿਹੜਾ ਮੈਂ ਤਵੱਕੂ ਰੱਖਣੀ ਆ ਆਪਣੀ ਭਾਬੀ ਕੋਲੋਂ। ਇਸ ਵਾਸਤੇ ਕਿ ਜੋ ਤੂੰ ਤਵੱਕੂ ਰੱਖਣੀ ਹੈ ਇੱਥੇ ਆਪਣੇ ਘਰ ਜਿੱਥੇ ਤੂੰ ਵਾਪਸ ਜਾਣਾ ਹੈ ਕਿ ਆਪਣੀ ਭਾਬੀਆਂ ਤੇਰੀਆਂ ਇੰਝ ਮਿਲਣ ਤੈਨੂੰ ਤੇ ਤੇਰੇ ਪਿਛਲਿਆਂ ਨੂੰ, ਉਹਦਾ ਘਰ ਹੈ ਨਾ। ਤੂੰ ਵੀ ਕਿਸੇ ਦੀ ਨੰਦ ਹੈ, ਤੂੰ ਵੀ ਉੱਥੇ ਰਿਸ਼ਤੇ ਉਸੇ ਤਰ੍ਹਾਂ ਹੀ ਹੈ ਨੇ ਜਿਹੜੇ ਤੇਰੇ ਨਵੇਂ ਘਰ ਆਉਣ ਵਾਲੇ ਲੋਕਾਂ ਦੇ ਨਾਲ ਨੇ। ਜਿੱਦਣ ਤੂੰ ਇਹ ਗੱਲ ਸਮਝ ਗਈ, ਇਹ ਪਿਆਰੀ ਬੇਟੀ, ਇਹ ਪਿਆਰੀ ਬਹੂ, ਇਹ ਪਿਆਰੀ ਨੂੰਹ, ਉਦੋਂ ਤੇਰਾ ਘਰ ਸੁਖੀ ਹੋ ਗਿਆ। ਜਿਹੜੀ ਬਾਰ-ਬਾਰ ਇਹ ਉਡੀਕ ਹੈ ਨਾ, ਮੈਂ ਆਪਣੇ ਘਰ ਸਤੇ ਆਇਆ ਸੀ, ਮੇਰਾ ਆਇਆ ਸੀ ਤੇ ਤੇਰਾ ਆਇਆ, ਜਿੱਦਣ ਤੇਰਾ ਵਿਆਹ ਗਿਆ ਹੋ ਤੂੰ ਇਸ ਐਗਰੀਮੈਂਟ ਤੇ ਮੁਆਹਦੇ ਤੇ ਸਾਈਨ ਕਰ ਲੈ ਧੀਏ, ਉਦਣ ਤੂੰ ਉਸ ਘਰ ਦੀ ਹੋ ਗਈ। ਔਰ ਉਹ ਸੋਚਣ ਵਾਲਿਓ ਸੋਚਿਓ ਜੇ, ਤੁਹਾਡੀਆਂ ਵੀ ਧੀਆਂ ਨੇ, ਜਿੱਦਣ ਉਹ ਵੀ ਇਹ ਮੁਆਹਦੇ ਕਿਤੇ ਕਰਦੀਆਂ ਨਾ ਜਾ ਕੇ, ਕਬੂਲ ਹੈ, ਕਬੂਲ ਹੈ, ਕਬੂਲ ਹੈ, ਤੇ ਇੱਜ਼ਤਾਂ ਸ਼ਰਮਾਂ ਵਾਲੇ ਲੋਕੀ ਉਹਨੂੰ ਨਿਭਾਉਂਦੇ ਨੇ। ਔਰ ਧੀਆਂ ਨੂੰ ਇਹੀ ਦੱਸਦੇ ਨੇ ਕਿ ਧੀਏ ਤੂੰ ਹੁਣ ਚਲੀ ਗਈ ਏ ਆਪਣੇ ਘਰ ਵਿੱਚ,
ਉੱਥੇ ਜਿਹੜਾ ਉਹ ਤੇਰਾ ਸ਼ੌਹਰ ਹੈ, ਤੇਰੀ ਸੱਸ ਹੈ, ਤੇਰਾ ਸੁਸਰ ਹੈ, ਇਹਨਾਂ ਸਾਰਿਆਂ ਦੇ ਨਾਲ ਤੂੰ ਉਹ ਕੁਝ ਕਰਨਾ ਜਿਹੜੀ ਤਵੱਕੂ ਤੂੰ ਆਪਣੇ ਘਰ ਵਿੱਚ ਇੱਥੇ ਰੱਖ ਨਹੀਂ ਸਹੀ। ਲੈ ਇਹ ਇੱਕ ਚੀਜ਼ ਤੇ ਜਿਹੜੀ ਤੁਸੀਂ ਫੈਸਲਾ ਕਰ ਲਓ ਤੇ ਇਹਦਾ ਮਤਲਬ ਹੈ ਕਿ ਤੁਸੀਂ ਕਾਮਯਾਬ ਹੋ ਗਏ ਹੋ।